ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਲੈਸਨ ਜਿਹੜਾ ਹੈ, ਅੱਜ ਦੀ ਕਲਾਸ ਹੈ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 6ਵੀਂ ਕਲਾਸ ਦਾ ਗਣਿਤ ਦਾ ਅਧਿਆਇ ਦਸ਼ਮਲਵ, ਉਸੇ ਤੇ ਬੇਸਡ ਜਿਹੜੇ ਅਸੀਂ ਅੱਜ ਸਵਾਲ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਹੱਲ ਕਰਾਂਗੇ। ਤੁਸੀਂ ਇਸ ਤੋਂ ਪਹਿਲਾਂ ਸਾਰੀਆਂ ਕਲਾਸਿਸ ਜਿਹੜੀਆਂ ਉਹ ਦਸ਼ਮਲਵ ਦੀਆਂ ਲਗਾ ਚੁੱਕੇ ਹੋ। ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ, ਦਸ਼ਮਲਵ ਸੰਖਿਆਵਾਂ ਦਾ ਜੋੜ, ਘਟਾਓ ਆਦਿ ਸਾਰਾ ਕੁਝ ਸਿੱਖ ਚੁੱਕੇ ਹੋ। तो ਅੱਜ ਦੀ ਇਸ ਕਲਾਸ ਵਿੱਚ ਅਸੀਂ ਉਹਨਾਂ ਹੀ ਸਵਾਲਾਂ ਦਾ ਅਭਿਆਸ ਕਰਾਂਗੇ, ਪ੍ਰੈਕਟਿਸ ਕਰਾਂਗੇ। ਠੀਕ ਹੈ, तो आओ देखते हैं ਅੱਜ ਦਾ ਸਭ ਤੋਂ ਪਹਿਲਾ ਸਵਾਲ। ਸੋ ਬੱਚਿਓ, ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਹਰੇਕ ਨੂੰ ਦਸ਼ਮਲਵ ਰੂਪ ਵਿੱਚ ਲਿਖੋ। ਸਾਡੇ ਕੋਲ A ਤੇ B ਦੋ ਪਾਰਟ ਨੇ ਇਸ ਕੁਐਸਚਨ ਦੇ। ਇਹਦੇ ਸਾਡੇ ਕੋਲ ਕਿਸੇ ਸੰਖਿਆ ਦਾ ਵਿਸਤਾਰ ਜਿਹੜਾ ਦਿੱਤਾ ਹੋਇਆ ਹੈ ਤੇ ਇਹਨੂੰ ਅਸੀਂ ਦਸ਼ਮਲਵ ਰੂਪ ਦੇ ਵਿੱਚ ਬਦਲਣਾ ਹੈ। ਠੀਕ ਹੈ, तो आओ देखते हैं ਇਹਨੂੰ ਅਸੀਂ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ A ਪਾਰਟ ਹੈ 30 जमा 6 जमा 2/10 बराबर। ठीक है, तो इस संख्या ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ 30 ਜਮਾ 6 ਇਹਨੂੰ ਅਗਰ ਅਸੀਂ ਜੋੜਦੇ ਹਾਂ ਸਾਡੇ ਕੋਲ 36 ਜਿਹੜਾ ਹੈ ਉਹ ਇਸ ਸੰਖਿਆ ਦਾ ਪੂਰਨ ਭਾਗ ਹੈ ਜਿਹੜਾ ਉਹ ਬਣ ਜਾਂਦਾ ਹੈ। ਠੀਕ ਹੈ, 2/10 ਦਾ ਭਾਵ ਹੈ ਕਿ 10ਵੇਂ ਸਥਾਨ ਦੇ ਉੱਤੇ ਸਾਡੇ ਕੋਲ ਅੰਕ ਜਿਹੜਾ 2 ਹੈ। ਠੀਕ ਹੈ, तो 36 ਤੋਂ ਬਾਅਦ ਦਸ਼ਮਲਵ ਆਏਗਾ, ਦਸ਼ਮਲਵ ਤੋਂ ਬਾਅਦ 10ਵੇਂ ਸਥਾਨ ਤੇ ਸਾਡੇ ਕੋਲ ਅੰਕ ਆਏਗਾ 2। ਠੀਕ ਹੈ, ਇਸ ਤੋਂ ਬਾਅਦ B ਪਾਰਟ ਹੈ ਸਾਡੇ ਕੋਲ। B ਪਾਰਟ ਦੇ ਵਿੱਚ ਹੈ ਸਾਡੇ ਕੋਲ 600 ਜਮਾ 2 ਜਮਾ 8/10। ਠੀਕ ਹੈ, 600 ਨੂੰ ਜਦੋਂ ਅਸੀਂ 2 ਦੇ ਵਿੱਚ ਜੋੜਾਂਗੇ ਤਾਂ ਸਾਡੇ ਕੋਲ 602 ਬਣ ਜਾਂਦਾ ਹੈ। ਇਹਦਾ ਮਤਲਬ ਸਾਡੇ ਕੋਲ ਦਸ਼ਮਲਵ ਸੰਖਿਆ ਦਾ ਜਿਹੜਾ ਪੂਰਨ ਭਾਗ ਹੈ ਉਹ ਤਾਂ ਹੈ 602। ਉਸ ਤੋਂ ਬਾਅਦ 10ਵੇਂ ਸਥਾਨ ਤੇ ਸਾਡੇ ਕੋਲ ਅੰਕ ਜਿਹੜਾ ਹੈ ਉਹ 8 ਹੈ। ਠੀਕ ਹੈ, तो इस तरह दूजे सवाल ਨੂੰ ਜਦੋਂ ਅਸੀਂ ਦਸ਼ਮਲਵ ਰੂਪ ਦੇ ਵਿੱਚ ਬਦਲਦੇ ਹਾਂ ਤਾਂ ਸਾਡੇ ਕੋਲ 602.8 ਬਣ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, ਬਹੁਤ ਈਜ਼ੀ ਸਵਾਲ ਸੀ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਇਸ ਤੋਂ ਬਾਅਦ ਦੂਜਾ ਸਵਾਲ ਸਾਡੇ ਕੋਲ ਹੈ ਰਮੇਸ਼ ਦੀ ਕਾਪੀ ਦੀ ਲੰਬਾਈ 9 ਸੈਂਟੀਮੀਟਰ 5 ਮਿਲੀਮੀਟਰ ਹੈ। ਸੈਂਟੀਮੀਟਰ ਵਿੱਚ ਇਸ ਦੀ ਲੰਬਾਈ ਕਿੰਨੀ ਹੋਵੇਗੀ? तो ਅਸੀਂ ਇਹ ਜਿਹੜੇ ਮਿਲੀਮੀਟਰ ਨੇ ਇਹਨੂੰ ਵੀ ਸੈਂਟੀਮੀਟਰ ਦੇ ਵਿੱਚ ਬਦਲ ਕੇ ਲਿਖਾਂਗੇ ਤਾਂ ਕਾਪੀ ਦੀ ਲੰਬਾਈ ਜਿਹੜੀ ਹੈ ਉਹ ਸਾਡੇ ਕੋਲ ਦਸ਼ਮਲਵ ਦੇ ਵਿੱਚ ਆ ਜਾਏਗੀ। ठीक है स्टूडेंट्स, तो कापी दी लंबाई साडे कोल है 9 सेंटीमीटर 5 मिलीमीटर। विद्यार्थियों 1 मिलीमीटर 1 सेंटीमीटर दे विच साडे कोल 10 मिलीमीटर हुंदे ने। सो जे असीं मिलीमीटर नूं सेंटीमीटर विच बदलना है तो सानूं 10 दे नाल भाग करना पएगा। जेकर सेंटीमीटर नूं मिलीमीटर विच बदलना होवे तो 10 दे नाल गुणा करनी पैंदी है। मिलीमीटर नूं अगर सेंटीमीटर दे विच बदलना है तो सानूं 10 दे नाल भाग करना पैंदा है। ठीक है, तो 5 नूं जदों असीं 10 नाल भाग कीता है साडे कोल मिलीमीटर तो सेंटीमीटर दे विच जिहड़ा इकाई है साडे कोल ओह बदल जांदी है। ठीक है, तो ये साडे कोल बन गया 9 सेंटीमीटर जमा 0.5 सेंटीमीटर। ठीक है, इन्हां दोनों नूं जदों असीं जोड़ देंगे साडे कोल 9.5 सेंटीमीटर बन जाता है। ठीक है, तो इस तरह असीं कह सकते हैं कि रमेश की कापी की लंबाई सेंटीमीटरां दे विच 9.5 सेंटीमीटर है। इसलिए रमेश की कापी की लंबाई 9.5 सेंटीमीटर। ठीक है विद्यार्थियों, तो इस तो बाद अगला सवाल देखते हैं। तीजा सवाल साडे कोल है ਹੇਠ ਲਿਖਿਆਂ ਨੂੰ ਦਸ਼ਮਲਵ ਰੂਪ ਵਿੱਚ ਲਿਖੋ। ਠੀਕ ਹੈ, ਸ਼ਬਦਾਂ ਦੇ ਵਿੱਚ ਸਾਡੇ ਕੋਲ ਸੰਖਿਆਵਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਦਸ਼ਮਲਵ ਰੂਪ ਦੇ ਵਿੱਚ ਲਿਖਾਂਗੇ। तो सब तो पहला सवाल साडे कोल है 306 ਅਤੇ 700ਵਾਂ। ਇਹਨੂੰ ਅਸੀਂ ਲਿਖਾਂਗੇ ਪਹਿਲਾਂ ਵਿਸਤਾਰ ਰੂਪ ਦੇ ਵਿੱਚ 306 ਜਮਾ 700ਵਾਂ। ਹੁਣ ਇਹਦੇ ਵਿੱਚ ਸਾਡੇ ਕੋਲ 10ਵੇਂ ਸਥਾਨ ਤੇ ਕੋਈ ਅੰਕ ਨਹੀਂ ਦਿੱਤਾ ਗਿਆ
तो ਅਸੀਂ ਕੀ ਕਰਾਂਗੇ 306 ਇਸ ਤੋਂ ਬਾਅਦ 10ਵੇਂ ਸਥਾਨ ਦੇ ਲਈ ਅਸੀਂ 0/10 ਲਿਖ ਲਵਾਂਗੇ 7/100 ठीक है। तो इस ढंग ਦੇ ਨਾਲ ਇਹ ਜਿਹੜੀ ਸੰਖਿਆ ਹੈ ਸਾਡੇ ਕੋਲ ਇਹ 306.07 ਬਣ ਜਾਂਦੀ ਹੈ ठीक है। ਇਹ ਸਾਡੇ ਕੋਲ A ਭਾਗ ਦਾ ਉੱਤਰ ਬਣ ਜਾਂਦਾ ਹੈ। ਇਸ ਤੋਂ ਬਾਅਦ B ਭਾਗ ਦੀ ਗੱਲ ਕਰਦੇ ਹਾਂ ਅਸੀਂ। B ਭਾਗ ਸਾਡੇ ਕੋਲ ਹੈ 11.235। ਇਹ ਤਾਂ ਬੜੀ ਆਸਾਨੀ ਦੇ ਨਾਲ ਅਸੀਂ ਲਿਖ ਸਕਦੇ ਹਾਂ 11.235 ठीक है विद्यार्थियों। ਇਸ ਤੋਂ ਬਾਅਦ ਕਰਦੇ ਹਾਂ ਅਸੀਂ C ਭਾਗ ਤੀਜੇ ਸਵਾਲ ਦਾ 9 ਅਤੇ 25000ਵੇਂ 9 ਜਮਾ 25000ਵੇਂ ਭਾਵ 25/1000 ठीक है। तो 25/1000 ਨੂੰ ਹੁਣ ਅਸੀਂ ਕਿਵੇਂ ਲਿਖਾਂਗੇ 9 ਜਮਾ ਜਿਹੜਾ 25 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 20/5 ਵਟਾ ਸਾਡੇ ਕੋਲ 1000 ਆਏਗਾ ठीक है। तो इनू असी अगर भाग करिए तो 20 ਦੇ ਥੱਲੇ ਸਾਡੇ ਕੋਲ 1000 आ जाएगा 20/1000 जमा 5/1000 ठीक है। इस तरह जेकर दो संख्यावां ਦਾ ਜੋੜ ਹੋ ਰਿਹਾ ਹੈ और ਦੋਨਾਂ ਨੂੰ ਕੋਈ ਸੰਖਿਆ ਭਾਗ ਕਰੀਏ ਤਾਂ ਅਸੀਂ ਕੱਲੀ ਸੰਖਿਆ ਨੂੰ ਵੀ ਭਾਗ ਕਰਕੇ ਉਹਨਾਂ ਨੂੰ ਜੋੜ ਸਕਦੇ ਹਾਂ ठीक है विद्यार्थियों। तो ਹੁਣ ਇਸ ਸੰਖਿਆ ਦੇ ਵਿੱਚ ਸਾਡੇ ਕੋਲ ਜਿਹੜਾ ਪੂਰਨ ਭਾਗ ਹੈ ਉਹ ਤਾਂ ਸਾਡੇ ਕੋਲ ਹੈ 9 20/1000 ਹੈ ਇਹਦੇ ਵਿੱਚ ਜਿਹੜੀ ਲਾਸਟ ਵਾਲੀ 0 ਦੇ ਨਾਲ ਕੱਟੀ ਜਾ ਸਕਦੀ ਹੈ ਇਹ ਸਾਡੇ ਕੋਲ 2/100 ਬਣ ਜਾਏਗਾ ਜਮਾ 5/1000। ਹੁਣ ਇਹਦੇ ਤੋਂ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਸੰਖਿਆ ਦੇ ਵਿੱਚ ਜਿਹੜਾ ਪੂਰਨ ਭਾਗ ਹੈ ਉਹ ਤਾਂ 9 ਹੈ ਤੇ ਸੰਖਿਆ ਦਾ ਜਿਹੜਾ 100ਵਾਂ ਅੰਕ ਹੈ ਉਹ ਸਾਡੇ ਕੋਲ 2 ਹੈ 1000ਵਾਂ ਅੰਕ 5 ਹੈ 10ਵਾਂ ਅੰਕ ਸਾਨੂੰ ਨਹੀਂ ਦਿੱਤਾ ਗਿਆ ਭਾਵ ਕਿ 10ਵਾਂ ਅੰਕ ਜਿਹੜਾ ਸਾਡੇ ਕੋਲ ਉਹ 0 ਹੋਣਾ ਚਾਹੀਦਾ ਹੈ। तो ਅਸੀਂ ਇੱਥੇ ਲਿਖ ਲਵਾਂਗੇ ਪਹਿਲਾਂ 0/10 2/100 ਜਮਾ 5/1000 9.025 ਇਹ ਸਾਡੇ ਕੋਲ ਇਸ ਸਵਾਲ ਦੇ C ਭਾਗ ਦਾ ਉੱਤਰ ਬਣ ਜਾਂਦਾ ਹੈ 9.025। ਸੋ ਇਸ ਤੋਂ ਬਾਅਦ ਅਗਲੇ ਸਵਾਲ ਤੇ ਚਲਦੇ ਆਪਾਂ। ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ ਚੌਥਾ ਸਵਾਲ ਨਿਊਨਤਮ ਰੂਪ ਵਿੱਚ ਭਿੰਨ ਬਣਾ ਕੇ ਲਿਖੋ। ਇੱਕ ਸਾਨੂੰ ਦਸ਼ਮਲਵ ਸੰਖਿਆ ਜਿਹੜੀ ਦਿੱਤੀ ਗਈ ਹੈ ਇਹਨੂੰ ਅਸੀਂ ਭਿੰਨ ਦੇ ਵਿੱਚ ਬਦਲਣਾ ਹੈ ਤੇ ਉਹਦਾ ਨਿਊਨਤਮ ਰੂਪ ਵੀ ਲਿਖਣਾ ਹੈ ठीक है। तो हल ਅਸੀਂ देखते हैं संख्या है 0.125 ठीक है। तो ये साडे कोल बन जाएगा पहले तो ਅਸੀਂ ਇਹਨੂੰ ਭਿੰਨ ਰੂਪ ਵਿੱਚ ਬਦਲਾਂਗੇ ਭਿੰਨ ਰੂਪ ਵਿੱਚ ਬਦਲਣ ਵਾਸਤੇ ਸਾਨੂੰ ਕੀ ਕਰਨਾ ਪੈਂਦਾ ਹੈ ਸੰਖਿਆ ਦੇ ਵਿੱਚੋਂ ਅਸੀਂ ਦਸ਼ਮਲਵ ਹਟਾ ਦੇਵਾਂਗੇ ਪਰ ਸੰਖਿਆ ਦੇ ਹਰ ਦੇ ਵਿੱਚ ਇੱਕ ਸੰਖਿਆ ਲਗਾਵਾਂਗੇ ਕਿਵੇਂ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਜਿੰਨੇ ਅੰਕ ਨੇ ਇੱਕ ਦੇ ਨਾਲ ਅਸੀਂ ਉਨੀਆਂ ਹੀ ਸਿਫਰਾਂ ਲਗਾ ਦੇਵਾਂਗੇ ਠੀਕ ਹੈ। तो इस संख्या ਦੇ ਵਿੱਚ ਸਾਡੇ ਕੋਲ ਦਸ਼ਮਲਵ ਤੋਂ ਬਾਅਦ 3 ਅੰਕ ਸੀਗੇ तो ਇੱਕ ਦੇ ਨਾਲ ਅਸੀਂ 3 ਜ਼ੀਰੋਆਂ ਲਗਾ ਦਿੱਤੀਆਂ ਇਹ ਸਾਡੇ ਕੋਲ 125/1000 ਬਣ ਜਾਂਦਾ ਹੈ ठीक है विद्यार्थियों। ਇਹ ਦੋ ਸੰਖਿਆਵਾਂ ਜਿਹੜੀਆਂ ਸਾਡੇ ਕੋਲ ਬਣੀਆਂ ਨੇ ਅੰਸ਼ ਦੇ ਵਿੱਚ 125 ਤੇ ਹਰ ਦੇ ਵਿੱਚ 1000 ਜਿਹੜਾ ਹੈ ਉਹ ਸਾਡੇ ਕੋਲ 125 ਦੇ ਨਾਲ ਭਾਗ ਹੋ ਜਾਂਦਾ ਹੈ। ਆਪਾਂ ਕਰਕੇ ਦੇਖ ਲੈਂਦੇ ਹਾਂ ਜਦੋਂ 1000 ਨੂੰ ਅਸੀਂ 125 ਦੇ ਨਾਲ ਭਾਗ ਕਰਦੇ ਹਾਂ तो 125 ਨੂੰ ਜੇਕਰ ਅਸੀਂ 8 ਨਾਲ ਗੁਣਾ ਕਰੀਏ 8 5 40 4 ਸਾਡੇ ਕੋਲ ਹਾਸਰ ਆਣਗੇ 8 ਦੂਣੀ 16 16 ਤੇ 4 20 ਇੱਥੇ 0 ਆ ਜਾਏਗੀ 20 ਦੀ 2 ਹਾਸਲ ਆ ਜਾਣਗੇ 8 1 8 8 ਤੇ 2 10 ਠੀਕ ਹੈ। तो ਜੇਕਰ ਅਸੀਂ 125 ਨੂੰ 8 ਨਾਲ ਗੁਣਾ ਕਰੀਏ ਤਾਂ ਸਾਡੇ ਕੋਲ ਜਿਹੜੀ ਸੰਖਿਆ 1000 ਪ੍ਰਾਪਤ ਹੁੰਦੀ ਹੈ ਬਾਕੀ ਜਿਹੜਾ ਸਾਡੇ ਕੋਲ 0 ਆ ਜਾਏਗਾ ਠੀਕ ਹੈ। तो ਕਹਿਣ ਦਾ ਭਾਵ ਹੈ 1000 ਨੂੰ 125 ਦੇ ਨਾਲ ਭਾਗ ਕੀਤਾ ਜਾ ਸਕਦਾ ਹੈ। ਸੋ ਅਸੀਂ ਇਸ ਸੰਖਿਆ ਦੇ ਵਿੱਚ ਕਿਵੇਂ ਕਰਾਂਗੇ 125 ਨੂੰ ਭਾਗ ਕਰਾਂਗੇ 125 ਦੇ ਨਾਲ ਤੇ ਹਰ ਦੇ ਵਿੱਚ ਸਾਡੇ ਕੋਲ ਜਿਹੜੀ ਸੰਖਿਆ 1000 ਹੈ ਉਹਨੂੰ ਵੀ ਅਸੀਂ 125 ਦੇ ਨਾਲ ਭਾਗ ਕਰਾਂਗੇ। ਜਦੋਂ ਅਸੀਂ ਅੰਸ਼ ਨੂੰ ਕਿਸੇ ਸੰਖਿਆ ਨਾਲ ਭਾਗ ਕਰਦੇ ਹਾਂ ਤੇ ਸਾਨੂੰ ਹਰ ਨੂੰ ਵੀ ਉਸੇ ਸੰਖਿਆ ਦੇ ਨਾਲ ਭਾਗ ਕਰਨਾ ਪੈਂਦਾ ਹੈ ਜਾਂ ਕਹਿ ਲਓ ਕਿ ਜਦੋਂ ਹਰ ਨੂੰ ਕਿਸੇ ਸੰਖਿਆ ਨਾਲ ਅਸੀਂ ਭਾਗ ਕਰਨਾ ਹੋਵੇ ਤੇ ਅੰਸ਼ ਨੂੰ ਵੀ ਉਸੇ ਸੰਖਿਆ ਦੇ ਨਾਲ ਭਾਗ ਕਰਨਾ ਹੀ
पैंदा है। तो 125 ਨੂੰ ਜਦੋਂ ਅਸੀਂ 125 ਨਾਲ ਭਾਗ ਕਰਾਂਗੇ ਸਾਡੇ ਕੋਲ 1 ਪ੍ਰਾਪਤ ਹੋਏਗਾ ਔਰ ਹਰ ਦੇ ਵਿੱਚ 1000 ਨੂੰ ਜਦੋਂ 125 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਅੰਕ ਜਿਹੜਾ ਇੱਥੇ 8 ਆ ਜਾਏਗਾ। ਠੀਕ ਹੈ ਵਿਦਿਆਰਥੀਓ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ 0.125 ਦਾ न्यूनतम पिन रूप जिहड़ा है वो 1/8 है। ठीक है विद्यार्थियों, तो ये साडे कोल इस सवाल का उत्तर है। इस तो बाद अगला सवाल साडे कोल है किहड़ी संख्या वड्डी है कारण भी। साडे कोल दो संख्यावां इत्थे दित्तियां गईयां ने, दोनों संख्यावां नूं कंपेयर करके दोनों की तुलना करके असीं दसांगे कि किहड़ी संख्या जिहड़ी है वो साडे कोल वड्डी है। 1.431 जां 1.490। ठीक है, तो जदों असी दो संख्यावां की तुलना करनी होवे सब तो पहला असी इन्हां दे पूर्ण भाग है जिहड़े वो देखते हैं। ठीक है, तो दोनों दे विच असी देख सकते हैं कि पूर्ण भाग जिहड़ा साडे कोल वो 1 है। इस संख्या दे विच भी साडे कोल दशमलव तो पहला 1 ही आंदा है, इस संख्या दे विच भी दशमलव तो पहला 1 ही आंदा है। तो कारण भी असी लिखना है ते नाल नाल असी इत्थे लिखदे जावांगे कि दित्तियां होईयां संख्यावां दा पूर्ण भाग एक दूसरे दे समान है। दित्तियां होईयां संख्यावां विच या दित्तियां होईयां संख्यावां दा पूर्ण भाग समान है, भाव बराबर है। ठीक है, अगर पूर्ण भाग बराबर है इस तो बाद असी 10वें स्थान ते जिहड़े साडे कोल अंक ने उन्हां दी तुलना करांगे। तो पहली संख्या दे विच 10वें स्थान ते साडे कोल 4 है, दूजी संख्या विच भी 10वें दे स्थान ते साडे कोल संख्या 4 बनती है। ठीक है, तो दोनों संख्यावां दे विच साडे कोल 10वें स्थान ते जिहड़े अंक ने वो भी एक समान हन। दसवें स्थान वाले अंक भी एक समान हैं। हुण जेकर 10वें स्थान के अंक भी बराबर हैं, इस तो बाद असीं 100वें स्थान के अंक देखांगे। तो पहली संख्या दे विच 100वें स्थान ते अंक साडे कोल 3 है, दूसरी संख्या दे विच 100वें स्थान ते साडे कोल अंक जिहड़ा 9 है। तो दूजी संख्या दे विच 100वें स्थान वाला अंक पहली संख्या के 100वें स्थान वाले अंक तो ज्यादा है, इसलिए ये जिहड़ी संख्या साडे कोल है ये ही वड्डी संख्या होवेगी। ठीक है, तो असीं इत्थे लिख देंगे 1.490 विच 100वें स्थान वाला अंक एक 1.431 विच 100वें स्थान वाले अंक तो वड्डा है। सौवें स्थान वाले अंक तो वड्डा है इसलिए 1.490 वड्डी संख्या है। वड्डी संख्या है। ठीक है विद्यार्थियों, दोनों संख्यावां दे विचों साडे कोल जिहड़ी दूजी संख्या है वो पहली संख्या तो वड्डी है। ठीक है विद्यार्थियों, इस तो बाद अगला सवाल देखते हैं। सो अज दा अगला सवाल साडे कोल है 20 रुपए 7 पैसे ਅਤੇ 21 रुपए 75 पैसे ਨੂੰ दशमलव रूप ਵਿੱਚ लिखो। सब तो पहला ਅਸੀਂ देखते हैं 20 रुपए 7 पैसे। कई बार विद्यार्थी की करते हैं 20 रुपए 7 पैसे ਨੂੰ ਕਾਲੀ ਦੇ ਵਿੱਚ 20.7 लिख ਦਿੰਦੇ ਨੇ। ठीक है,
तो ਇਹੋ जी गलती ਆਪਾਂ नहीं करनी, इस ढंग ਦੇ ਨਾਲ नहीं ਅਸੀਂ करना। ਇਹਨੂੰ ਕਿਵੇਂ करना है ਅਸੀਂ? 1 रुपए ਵਿੱਚ ਸਾਡੇ ਕੋਲ 100 ਪੈਸੇ ਹੁੰਦੇ ਨੇ, ਭਾਵ ਕਿ ਰੁਪਏ ਨੂੰ ਪੈਸੇ ਵਿੱਚ ਬਦਲਣ ਲਈ ਸਾਨੂੰ 100 ਦੇ ਨਾਲ ਗੁਣਾ ਕਰਨਾ ਪੈਂਦਾ ਹੈ। ਪਰ ਅਗਰ ਅਸੀਂ ਇਹ ਗੱਲ ਕਰੀਏ ਕਿ ਇੱਕ ਪੈਸੇ ਵਿੱਚ ਕਿੰਨੇ ਰੁਪਏ ਹੁੰਦੇ ਨੇ, 1/100। ਸੋ ਜੇਕਰ ਅਸੀਂ ਪੈਸਿਆਂ ਨੂੰ ਰੁਪਏ ਵਿੱਚ ਬਦਲਣਾ ਹੋਵੇ ਤਾਂ ਸਾਨੂੰ 100 ਦੇ ਨਾਲ ਭਾਗ ਕਰਨਾ ਪੈਂਦਾ ਹੈ। ठीक है, तो ਦਿੱਤੀ ਸੰਖਿਆ ਦੇ ਵਿੱਚ ਸਾਡੇ ਕੋਲ 20 ਰੁਪਏ ਨੇ, 7 ਪੈਸੇ ਨੇ। 7 ਪੈਸਿਆਂ ਨੂੰ ਜੇਕਰ ਅਸੀਂ ਰੁਪਿਆਂ ਦੇ ਵਿੱਚ ਬਦਲਣਾ ਹੈ ਤਾਂ 7 ਨੂੰ 100 ਦੇ ਨਾਲ ਭਾਗ ਕਰਨਾ ਪਏਗਾ। तो ਇਹਨੂੰ ਅਸੀਂ ਲਿਖਾਂਗੇ 20 ਰੁਪਏ ਜਮਾ 7/100 ਰੁਪਏ। ਠੀਕ ਹੈ, ਜਿਹੜੇ 7 ਪੈਸੇ ਸੀ ਉਹਨੂੰ ਅਸੀਂ 100 ਦੇ ਨਾਲ ਭਾਗ ਕਰਕੇ ਰੁਪਏ ਦੇ ਵਿੱਚ ਬਦਲ ਲਿਆ। तो ਇਹ ਸਾਡੇ ਕੋਲ ਬਣੇਗਾ 20 ਰੁਪਏ ਜਮਾ 7/100 ਦਾ ਭਾਵ ਹੈ 0.07 ਰੁਪਏ। ਠੀਕ ਹੈ, ਇਹਨੂੰ ਅਸੀਂ 0.7 ਨਹੀਂ ਲਿਖਾਂਗੇ ਕਿਉਂਕਿ ਇੱਕ ਦੇ ਨਾਲ ਸਾਡੇ ਕੋਲ ਦੋ ਸਿਫਰਾਂ ਨੇ, तो ਸਾਡੇ ਕੋਲ ਦਸ਼ਮਲਵ ਤੋਂ ਬਾਅਦ ਦੋ ਅੰਕ ਆਣੇ ਜ਼ਰੂਰੀ ਨੇ। तो ਇੱਕ 7 ਹੈ, 7 ਦੇ ਅੱਗੇ ਸਾਨੂੰ ਇੱਕ ਸਿਫਰ ਵੀ ਲਗਾਣੀ ਪਏਗੀ। ਠੀਕ ਹੈ, तो ਇਹ ਜਿਹੜਾ ਜੋੜ ਹੈ ਇਹ ਸਾਡੇ ਕੋਲ ਬਣ ਜਾਂਦਾ ਹੈ 20.07 ਰੁਪਏ। ਠੀਕ ਹੈ, तो कहने का भाव है 20 रुपए 7 पैसे ਨੂੰ ਜੇਕਰ ਅਸੀਂ ਰੁਪਿਆਂ ਦੇ ਵਿੱਚ ਲਿਖਣਾ ਹੋਵੇ, ਦਸ਼ਮਲਵ ਦੇ ਵਿੱਚ ਲਿਖਣਾ ਹੋਵੇ ਤਾਂ 20.07 ਰੁਪਏ ਲਿਖ ਸਕਦੇ ਹਾਂ। ਇਸ ਤੋਂ ਬਾਅਦ ਦੂਜੀ ਸੰਖਿਆ ਸਾਡੇ ਕੋਲ ਹੈ 21 ਰੁਪਏ 75 ਪੈਸੇ। ਇਹਦੇ ਵਿੱਚ ਵੀ ਜੇਕਰ ਅਸੀਂ ਪੈਸਿਆਂ ਨੂੰ ਰੁਪਏ ਦੇ ਵਿੱਚ ਬਦਲਾਂਗੇ ਤਾਂ ਸਾਨੂੰ 100 ਦੇ ਨਾਲ ਭਾਗ ਕਰਨਾ ਪਏਗਾ। तो 75 ਨੂੰ 100 ਦੇ ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ ਰੁਪਏ ਬਣ ਜਾਣਗੇ। ਠੀਕ ਹੈ, तो ਇਹ 21 ਰੁਪਏ ਜਮਾ 0.75 ਰੁਪਏ ਸਾਡੇ ਕੋਲ ਬਣ ਜਾਏਗਾ। ਸੋ ਇਹਨਾਂ ਦਾ ਜੋੜ ਕਰਨ ਤੇ ਸਾਡੇ ਕੋਲ 21.75 ਰੁਪਏ ਉੱਤਰ ਪ੍ਰਾਪਤ ਹੁੰਦਾ ਹੈ। ਠੀਕ ਹੈ ਵਿਦਿਆਰਥੀਓ, तो 21 ਰੁਪਏ 75 ਪੈਸੇ ਨੂੰ ਅਸੀਂ 21.75 रुपए लिख सकते हैं। ठीक है, तो इस तो बाद अगला सवाल करते हैं ਅਸੀਂ। ਹਾਂਜੀ ਵਿਦਿਆਰਥੀਓ, तो अगला सवाल ਸਾਡੇ ਕੋਲ ਹੈ ਦਸ਼ਮਲਵ ਦਾ ਪ੍ਰਯੋਗ ਕਰਕੇ ਮੀਟਰ ਵਿੱਚ ਦਰਸਾਓ। ਦਿੱਤੀ ਹੋਈ ਸੰਖਿਆ ਜਿਹੜੀ ਸਾਨੂੰ ਹੈ ਉਹ ਹੈ 9 ਮੀਟਰ ਤੇ 7 ਸੈਂਟੀਮੀਟਰ। तो ਸੈਂਟੀਮੀਟਰ ਨੂੰ ਮੀਟਰ ਦੇ ਵਿੱਚ ਬਦਲਣਾ ਪਏਗਾ ਸਾਨੂੰ। 9 ਮੀਟਰ ਤਾਂ ਸਾਡੇ ਕੋਲ ਹੈ ਹੀ ਪਹਿਲੇ ਮੀਟਰ ਦੇ ਵਿੱਚ, ਬਟ 7 ਜਿਹੜਾ ਹੈ ਸੈਂਟੀਮੀਟਰ ਦੇ ਵਿੱਚ ਹੈ। तो ਇਹਨੂੰ ਮੀਟਰ ਦੇ ਵਿੱਚ ਬਦਲਣ ਵਾਸਤੇ ਅਸੀਂ ਕੀ ਕਰਾਂਗੇ। ਸੋ ਵਿਦਿਆਰਥੀਓ, ਇੱਥੇ ਵੀ ਯਾਦ ਰੱਖਣ ਵਾਲੀ ਚੀਜ਼ ਹੈ ਕਿ ਸਾਡੇ ਕੋਲ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ। ਬਿਲਕੁਲ ਰੁਪਏ ਤੇ ਪੈਸਿਆਂ ਦੇ ਵਾਂਗ 1 ਰੁਪਏ ਵਿੱਚ 100 ਪੈਸੇ ਹੁੰਦੇ ਨੇ, तो 1 ਮੀਟਰ ਦੇ ਵਿੱਚ ਸਾਡੇ ਕੋਲ 100 ਸੈਂਟੀਮੀਟਰ ਹੁੰਦੇ ਨੇ। तो 1 ਸੈਂਟੀਮੀਟਰ ਵਿੱਚ ਜੇਕਰ ਅਸੀਂ ਦੇਖਣਾ ਹੋਵੇ ਤਾਂ ਸਾਡੇ ਕੋਲ 1/100 ਮੀਟਰ ਬਣਦੇ ਨੇ। ਭਾਵ ਕਿ ਜੇਕਰ ਸੈਂਟੀਮੀਟਰ ਨੂੰ ਮੀਟਰ ਵਿੱਚ ਬਦਲਣਾ ਹੈ ਤਾਂ ਅਸੀਂ ਪਹਿਲਾਂ ਵੀ ਸਿੱਖ ਚੁੱਕੇ ਹਾਂ ਕਿ ਸਾਨੂੰ 100 ਦੇ ਨਾਲ ਭਾਗ ਕਰਨਾ ਪਏਗਾ। तो इस सवाल का हल आप करते हैं। संख्या साडे कोल है 9 मीटर 7 सेंटीमीटर। ठीक है, तो 9 मीटर 7 सेंटीमीटर 7 सेंटीमीटर ਨੂੰ ਜੇਕਰ ਅਸੀਂ ਮੀਟਰਾਂ ਦੇ ਵਿੱਚ ਬਦਲਣਾ ਹੈ ਤਾਂ ਇਹਨੂੰ 100 ਦੇ ਨਾਲ ਭਾਗ ਕਰਨਾ ਪਏਗਾ। तो ਇਹ ਵੀ ਸਾਡੇ ਕੋਲ ਮੀਟਰ ਬਣ ਜਾਏਗਾ। तो ਇਹਨੂੰ ਅਸੀਂ ਲਿਖ ਸਕਦੇ ਹਾਂ 9 ਮੀਟਰ ਜਮਾ 0.07 मीटर। ठीक है, तो इन्हां नूं जेकर असीं जोड़दे हां तो ये साडे कोल 9.07 मीटर बन जाता है। ठीक है विद्यार्थियों, तो 9 मीटर 7 सेंटीमीटर नूं असीं लिख सकते हैं 9.07 मीटर। सो इस तो बाद अगला सवाल आपां करते हैं। तो मैनूं उम्मीद है कि सारे सवाल जिहड़े तुसीं मेरे नाल हल भी कर रहे हो। तो अगला सवाल विद्यार्थियों साडे कोल है 2 किलोग्राम 9 ग्राम नूं दशमलव का प्रयोग करके किलोग्राम विच तुसीं किस तरह लिखोगे। तो साडे कोल जिहड़ी संख्या है इस तरह के सवाल असीं पहलां भी कर चुके हैं। सो बड़ी आसानी दे नाल तुसीं इहनूं हल कर सकते हो। 2 किलोग्राम 9 ग्राम ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਇਹ ਦੇਖ ਲੈਂਦੇ ਹਾਂ ਕਿ 1 ਕਿਲੋਗ੍ਰਾਮ ਦੇ ਵਿੱਚ ਸਾਡੇ ਕੋਲ ਕਿੰਨੇ ਗ੍ਰਾਮ ਹੁੰਦੇ ਨੇ। ਵਿਦਿਆਰਥੀਓ 1 ਕਿਲੋਗ੍ਰਾਮ ਵਿੱਚ ਸਾਡੇ ਕੋਲ
1000 ग्राम ਹੁੰਦੇ ਨੇ। ਠੀਕ ਹੈ, तो जेकर ਅਸੀਂ ਇਹ ਗੱਲ ਕਰੀਏ कि 1 ग्राम ਦੇ ਵਿੱਚ ਸਾਡੇ ਕੋਲ ਕਿੰਨੇ किलोग्राम ਹੁੰਦੇ ਨੇ 1/1000। ठीक है, तो कहने का भाव है ग्राम ਨੂੰ किलोग्राम ਵਿੱਚ ਬਦਲਣ ਦੇ ਲਈ ਸਾਨੂੰ 1000 ਦੇ ਨਾਲ ਭਾਗ ਕਰਨਾ ਪਏਗਾ। तो 2 किलोग्राम ਤਾਂ ਸਾਡੇ ਕੋਲ ਪਹਿਲਾਂ ਹੀ ਪੂਰਨ ਭਾਗ ਹੈ ਇਸ ਦਾ, ਬਟ ਗ੍ਰਾਮ ਨੂੰ 9 ਗ੍ਰਾਮ ਨੂੰ ਆਪਾਂ ਕਿਲੋਗ੍ਰਾਮ ਦੇ ਵਿੱਚ ਬਦਲਣ ਦੇ ਲਈ ਇਹਨੂੰ 1000 ਦੇ ਨਾਲ ਭਾਗ ਕਰਾਂਗੇ। तो ਇਹ ਸਾਡੇ ਕੋਲ ਬਣ ਜਾਂਦਾ ਹੈ 2 किलोग्राम जमा, हाँ जी 9/1000 ਇਹਨੂੰ ਅਸੀਂ ਲਿਖ ਸਕਦੇ ਹਾਂ 0.009। क्योंकि एक दे नाल 3 सिफरां सीगियां, इसलिए साडे कोल अंश दे विच जिहड़ी भी संख्या है ਉਹਦੇ ਵਿੱਚ 3 अंक ਛੱਡ ਕੇ ਪਿੱਛੇ ਤੋਂ ਅਸੀਂ दशमलव ਜਿਹੜਾ ਲਗਾਉਣਾ ਸੀ। तो ਇਹਦੇ ਸਾਡੇ ਕੋਲ ਸੀਗਾ 1 अंक, तो 2 ਅਸੀਂ ਸਿਫਰਾਂ ਜਿਹੜੀਆਂ ਆਪਣੇ ਕੋਲ ਲਗਾ ਲਵਾਂਗੇ। ठीक है, दशमलव ਦੇ ਅੱਗੇ ਹਮੇਸ਼ਾ ਹੀ ਸਿਫਰ ਜਿਹੜੀ ਉਹ ਲਗਾਣੀ ਜ਼ਰੂਰੀ ਹੁੰਦੀ ਹੈ। तो ਇਹ ਜੋੜ ਜਿਹੜਾ ਸਾਡੇ ਕੋਲ ਬਣ ਜਾਂਦਾ ਦੋਨਾਂ ਦਾ 2.009 किलोग्राम। सो इस सवाल का जो उत्तर है साडे कोल वो की बन जाता है 9.009। ठीक है विद्यार्थियों, तो इस तो बाद अगला सवाल साडे कोल है कि रवि ने 5 किलोग्राम 400 ग्राम चौल 2 किलोग्राम खंड ਅਤੇ 100 किलोग्राम 850 ग्राम आटा खरीदिया, उस द्वारा की गई कुल खरीदारी का कुल भार पता करो। ठीक है विद्यार्थियों, तो बहुत सौखा है, भी साडे कोल जोड़ का ही सवाल है। दोनों संख्यावां का जोड़ 2 या 3 संख्यावां जिहड़ियां साडे कोल दशमलव दीयां बननगियां उन्हां दा असीं जोड़ करांगे तो सानूं उत्तर प्राप्त हो जाएगा। सब तो पहलां असीं लिखांगे चौलां दा भार, तो चौलां दा भार साडे कोल है 5 किलोग्राम। चार सौ ग्राम 400 ग्राम ਨੂੰ ਅਸੀਂ ਪਹਿਲਾਂ ਕਿਲੋਗ੍ਰਾਮ ਦੇ ਵਿੱਚ ਬਦਲ ਲਾਂਗੇ। ਕਿਲੋਗ੍ਰਾਮ ਚ ਬਦਲਣ ਵਾਸਤੇ 400 ਨੂੰ 1000 ਦੇ ਨਾਲ ਭਾਗ ਕਰਨਾ ਪਏਗਾ। ਫਿਰ ਸਾਡੇ ਕੋਲ ਕੁੱਲ ਜਿਹੜੀ संख्या है दशमलव दी किलोग्राम ਦੇ ਵਿੱਚ ਸਾਨੂੰ ਮਿਲ ਜਾਏਗੀ। ਕੁੱਲ ਵਜ਼ਨ ਜਿਹੜਾ ਚੌਲਾਂ ਦਾ ਹੋਏਗਾ, तो ये बनेगा ਸਾਡੇ ਕੋਲ 5 जमा 0.400 किलोग्राम। ठीक है विद्यार्थियों, तो ये ਸਾਡੇ ਕੋਲ बन जाता है 5.400 किलोग्राम। ठीक है, तो ये ਸਾਡੇ ਕੋਲ ਚੌਲਾਂ ਦਾ ਭਾਰ है। इस तो बाद ਅਸੀਂ पता करांगे खंड ਦਾ। खंड ਸਾਡੇ ਕੋਲ ਜਿਹੜੀ 2 किलोग्राम है, तो खंड ਦਾ ਭਾਰ बराबर 2 किलोग्राम। दो किलोग्राम ਨੂੰ ਦਸ਼ਮਲਵ ਦੇ ਵਿੱਚ ਜੇਕਰ ਲਿਖਣਾ ਹੋਵੇ ਤਾਂ ਇਹਨੂੰ ਅਸੀਂ 2.000 किलोग्राम भी लिख सकते हैं। इस ढंग ਦੇ ਨਾਲ ਸਾਨੂੰ ਸੰਖਿਆਵਾਂ ਦਾ ਜੋੜ ਕਰਨਾ ਸੌਖਾ ਰਹੇਗਾ। ਇਸ ਤੋਂ ਬਾਅਦ आटे का भार है 100 किलोग्राम 850 ग्राम। आटे का भार जो कि साडे कोल है 100 किलोग्राम ਅਤੇ 850 ग्राम। तो इनू भी बड़ी आसानी के नाल असीं किलोग्राम दे विच बदल लांगे। ये साडे कोल 100.850 किलोग्राम बन जाएगा। ठीक है विद्यार्थियों, तो हुण साडे कोल जिहड़ियां संख्यावां आटे का भार 100.850, खंड का भार 2.000 ते इस तो बाद जिहड़ा चौलां का भार है साडे कोल 5.400। इन्हां नूं जदों असीं जोड़ांगे तां साडे कोल
रवि द्वारा कुल खरीददारी जिहड़ी कीती गई है ਉਹਦਾ कुल भार आ जाएगा। ठीक है, तो ਅਸੀਂ लिख ਦਾਂਗੇ खरीददारी ਦਾ कुल भार, खरीददारी ਦਾ कुल भार। हाँ जी विद्यार्थियों, सब तो पहला चौलों का भार 5.400, जमा खंड का भार 2.000, जमा आटे का भार 100.850 किलोग्राम। ठीक है, तो इन्हों का जोड़ जो असीं करांगे साडे कोल जिहड़ा खरीददारी का कुल भार जो रवि द्वारा की गई है वो सानूं पता चल जाएगा। सो 5.400 हेठां असीं लिखांगे 2.000, उस तो हेठां 100.850। ठीक है विद्यार्थियों, तो पहला भी असीं गल कर चुके हैं जो भी दशमलव वालियां संख्यावां दा जोड़फल पता करना होवे तां दशमलव दे हेठां ही दशमलव नूं रखिया जांदा है। ठीक है, इस चीज़ का खास ख्याल रखना असीं। तो इहदे विच इत्थे असीं अपने कोलों दो सिफरां जिहड़ियां लगा लांगे 5 और 2 दे मूहरे। हुण इन्हां संख्यावां दा जोड़ बहुत आसानी दे नाल असीं कर सकदे हां। सब तो पहलां 100वें 1000वें अंकां दा जोड़ है वो साडे कोल 0 बनदा है। 100वें अंकां दा जोड़ साडे कोल 5 बनेगा। 10वें अंकां दा जोड़ साडे कोल 8/12 है, भाव 2 इत्थे आएगा ते 1 जिहड़ा अगे हासिल चलिया जाएगा। सो 5 ते 1 6, 6 ते 2 8, 8 जमा 0 8 रहेगा साडे कोल, और ये साडे कोल 0 बन जाएगा। इस तो बाद दहाई के अंकों का जोड़ 0 तो सैकड़े के अंकों का जोड़ साडे कोल 1 बनता है। सो ये जिहड़ा भार है साडे कोल कुल खरीददारी का वो की बन गया 108.250 किलोग्राम। ठीक है विद्यार्थियों, तो इस तरह असीं लिख सकते हैं कि रवि द्वारा की गई कुल खरीददारी रवि द्वारा की गई कुल खरीददारी का भार 108.250 किलोग्राम है। ठीक है, अगला सवाल साडे कोल घटाओ दा है। 5.68 विचों 2.25 नूं घटाओ। तो जिवें असीं दशमलव वालियां संख्यावां दा जोड़ करदे हां उसे ढंग दे नाल दशमलव वालियां संख्यावां दी घटाओ भी कर सकदे हां। सो ये सी 5.68 ਉਹਦੇ ਵਿੱਚੋਂ 2.25 ਨੂੰ ਘਟਾਉਣਾ ਹੈ। ठीक है, तो माइनस करांगे 8 ਦੇ ਵਿੱਚੋਂ 5 ਘਟਾਵਾਂਗੇ ਸਾਡੇ ਕੋਲ 3 ਪ੍ਰਾਪਤ ਹੋਏਗਾ। 6 ਦੇ ਵਿੱਚੋਂ 2 ਘਟਾਵਾਂਗੇ ਸਾਡੇ ਕੋਲ 4 ਪ੍ਰਾਪਤ ਹੋਏਗਾ। ਇਸੇ ਢੰਗ ਦੇ ਨਾਲ 5 ਦੇ ਵਿੱਚੋਂ 2 ਘਟਾਵਾਂਗੇ ਤਾਂ ਸਾਡੇ ਕੋਲ 3 ਪ੍ਰਾਪਤ ਹੁੰਦਾ ਹੈ। ठीक है, तो इस सवाल ਨੂੰ बड़ी आसानी ਦੇ ਨਾਲ ਅਸੀਂ कर सकते हैं। तो इसका उत्तर ਜਿਹੜਾ ਸਾਡੇ ਕੋਲ 3.43 बन जाता है। ठीक है स्टूडेंट्स, मैनूं उम्मीद है तुसीं भी ये कर लिया होएगा। इस तो बाद अगला सवाल साडे कोल है हेठ लिखिया नूं घटाओ 2.107 किलोग्राम विचों 0.314 किलोग्राम। तो इनू भी असी उसे ढंग दे नाल घटा सकते हाँ। ठीक है, तो एक संख्या साडे कोल है 2.107 किलोग्राम। दूजी संख्या साडे कोल है 0.314 किलोग्राम। तो इन्हों जो असी माइनस करांगे घटावांगे तो 7 दे विचों पहला 4 नूं घटावांगे तो यह साडे कोल 3 आएगा। 0 चों 1 नूं नहीं घटाया जा सकता, इधरों असी हासिल लवांगे तो साडे कोल 0 बच जाएगा, ये साडे कोल 10 बन जाएगा। ठीक है, 10 चों 1 घटावांगे तो यह साडे कोल संख्या 9 बनता है।
0 ਚੋਂ ਫਿਰ 3 ਨੂੰ ਨਹੀਂ ਘਟਾਇਆ ਜਾ ਸਕਦਾ, ਇੱਥੋਂ ਅਸੀਂ ਹਾਸਲ ਲਵਾਂਗੇ, ਇਹ ਸਾਡੇ ਕੋਲ 1 ਬਚੇਗਾ, ਇੱਥੇ 10 ਬਣ ਜਾਏਗਾ, 10 ਦੇ ਵਿੱਚੋਂ 3 ਘਟਾਵਾਂਗੇ ਤਾਂ 7 ਜਿਹੜਾ ਪ੍ਰਾਪਤ ਹੁੰਦਾ ਹੈ। ਇਸ ਤੋਂ ਬਾਅਦ ਇਕਾਈ ਦੇ ਅੰਕਾਂ ਦੇ ਵਿੱਚ 1 ਚੋਂ 0 ਅਸੀਂ ਅਗਰ ਘਟਾਵਾਂਗੇ, 1 ਦੇ ਵਿੱਚੋਂ 0 ਘਟਾਉਣ ਤੇ ਸਾਡੇ ਕੋਲ 1 ਹੀ ਪ੍ਰਾਪਤ ਹੁੰਦਾ ਹੈ। ਸੋ ਉੱਤਰ ਜਿਹੜਾ ਸਾਡੇ ਕੋਲ ਇਸ ਸਵਾਲ ਦਾ ਉਹ ਕੀ ਬਣ ਜਾਂਦਾ ਹੈ, 1.793 ਕਿਲੋਗ੍ਰਾਮ, 1.793 ਕਿਲੋਗ੍ਰਾਮ। ਠੀਕ ਹੈ ਵਿਦਿਆਰਥੀਓ, ਤਾਂ ਬਿਲਕੁਲ ਜੋੜ ਦੇ ਹਿਸਾਬ ਦੇ ਨਾਲ, ਬਿਲਕੁਲ ਜੋੜ ਦੇ ਵਾਂਗ ਹੀ ਘਟਾਓ ਕਰਨ ਲੱਗਿਆਂ ਵੀ ਅਸੀਂ ਦਸ਼ਮਲਵ ਵਾਲੀਆਂ ਸੰਖਿਆਵਾਂ ਦੇ ਵਿੱਚ ਦਸ਼ਮਲਵ ਦੇ ਹੇਠਾਂ ਹੀ ਦਸ਼ਮਲਵ ਨੂੰ ਅਸੀਂ ਰੱਖਣਾ ਹੁੰਦਾ ਹੈ। ਠੀਕ ਹੈ, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਕਲਾਸ ਦੇ ਵਿੱਚ ਜੋ ਅਸੀਂ ਡਿਸਕਸ ਕੀਤਾ ਹੈ, ਜੋ ਪੁਆਇੰਟ ਅਸੀਂ ਡਿਸਕਸ ਕੀਤੇ ਨੇ, ਜੋ ਸਵਾਲ ਅਸੀਂ ਹੱਲ ਕੀਤੇ ਨੇ, ਹਰ ਇੱਕ ਸਵਾਲ ਨੂੰ ਬਹੁਤ ਚੰਗੇ ਢੰਗ ਦੇ ਨਾਲ ਤੁਸੀਂ ਸਮਝਿਆ ਹੋਵੇਗਾ ਤੇ ਆਪਣੀ ਨੋਟਬੁੱਕ ਤੇ ਨੋਟ ਵੀ ਕੀਤਾ ਹੋਵੇਗਾ। ਠੀਕ ਹੈ ਵਿਦਿਆਰਥੀਓ, ਤੋਂ ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਲੈਕਚਰ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ ਫਿਰ ਦੁਬਾਰਾ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।